या बिद जगत भिगुता, कह कबीर राजा राम न छोड़ो, सगल ऊच ते ऊचा। वाहिगुरु जी का खालसा, वाहिगुरु जी की फतेह। गुरु सवारी साध संगत जीओ, भगत जी के मुखारबिंद तो उचारण कईयां कीतियां। ये 6 पंक्तियां का शब्द सानू जगियासुआं नूं एक बहुत वड्डी प्रेरणा दिंदा। क्योंकि आम तौर पर वेख्या जाता है कि असी लोग 2 बेड़ियां ते लत रखते हैं। जी ते करदा है असी परमात्मा का सिमरन भी करिए, पर दुनिया नूं खुश करने वास्ते असी दुनिया वाले पासे भी पूरे उतरना चाहते हैं। बस ये डगमगाहट की जिहड़ी हालत है, ਇਹਦੇ ਵਿੱਚ ही सारा जीवन बीत जाता, क्योंकि समय ने कदे रुकना नहीं है। ये तो कुदरत का नियम है कि दिन ते सर पर पहुंची रात, रहन गई फिर होए प्रभात। काली हूं फुन धौले आए, ये समा रुकना नहीं है। साडे देखते हैं कदे असी बच्चे सी, फिर बच्चे तो जवान होए, जिम्मेवारियां पै गईयां, फिर हुण बुढ़े हो गए, अगे चलण की तैयारी हो गई, पर हाली भी डगमगाहट नहीं छड़ी। भगत जी कहते ने जे इस मार्ग ते चलना है ते अपने मन नूं समझाओ। गल सारी मन उत्ते है। मन नूं एक पासे लाउणा पवे। इसे लिए महाराज सच्चे पातशाह फरमांदे ने, जाको हर रंग लागो इस युग में, सो कहीत है सूरा। आखिर लोग चाहुंदे ते हन, पर दूजा रंग भी छड्डना नहीं चाहुंदे। इस मनुखा जन्म के अंदर जिन्हों परमात्मा के प्यार का रंग लगे, वो असल सूरमे हैं। जाको हर रंग लागो इस युग में, सो कहीत है सूरा। आत्म जिणे सगल वसता के, जाका सतगुर पूरा। ठाकुर गाइए आत्म रंग, शरणी पावन नाम त्यामन। सहज समामन संग। इस रस्ते तुरन वास्ते डगमगाहट छड्डनी पवे। तो शब्द की रहाओ की पंक्ति अंदर भगत जी गल इत्थों ही शुरू करते। डगमग छाड़ रे मन बौरा। हे मेरे कमले मन, एक डगमगा छड़ देनी कर। ये जिहड़ा तू 2 बेड़ियां ते लत रखी हुई है, ये तेनू डुबेगी। अब तो जरे मरे सिद्ध पाइए, लीनो हाथ संधौरा। सिद्ध का मतलब है सिद्धि प्राप्त करनी, सफलता प्राप्त करनी। जे तू सफल होना चाहुंदा है, हुण तां तैनूं एक पासे लगना पवे। एक मिसाल दे के भगत जी कहंदे ने कि जिहड़ी इस्त्री सती की पदवी प्राप्त करनी चाहुंदी है, गुरमत विच इसका बड़ा विरोध है कि सतियां ये ना आखियां जे मड़ियां लग जलन। पी सो सतियां जानियन जे बिरहे चोट मरन। पर इत्थे भगत जी सिर्फ ये एक संकेत दे रहे हैं। मैं इसलिए इसनूं नाल दी नाल स्पष्ट किया भी गुरमत विच सती होण दी कोई महत्ता नहीं।
ਸਤੀ ਤੋਂ ਸਾਨੂੰ ਰੋਕਿਆ ਗਿਆ। ਪਰ ਇੱਥੇ ਜਿਹੜਾ ਸੰਕੇਤ ਦਿੱਤਾ ਗਿਆ ਉਹ ਇੱਕ ਸਨਾਤਨ ਮਤ ਦੀ ਪ੍ਰਚਲਿਤ ਰੀਤੀ ਦਾ ਸੰਕੇਤ ਹੈ ਕਿ ਜਿਸ ਇਸਤਰੀ ਨੂੰ ਬਾਹਮਣ ਲੋਕ ਇਹ ਲਾਲਚ ਦਿੰਦੇ ਹਨ ਕਿ ਜੇ ਤੂੰ ਮਰੇ ਹੋਏ ਪਤੀ ਦੇ ਨਾਲ ਉਹਦੀ ਚਿਖਾ ਉੱਤੇ ਜਿਉਂਦਿਆਂ ਸੜ ਮਰੇਂਗੀ ਤੇ ਤੈਨੂੰ ਪਤੀ ਦਾ ਮਿਲਾਪ ਪ੍ਰਾਪਤ ਹੋਵੇ। ਉਹ ਮੂਰਖੋ, ਜਿਹੜਾ ਪਤੀ ਜਿਉਂਦਿਆਂ ਛੱਡ ਗਿਆ ਉਹ ਮਰਨ ਤੋਂ ਬਾਅਦ ਫਿਰ ਕਿੱਥੋਂ ਮਿਲੇਗਾ। ਤਾਂ ਗੁਰੂ ਅਮਰਦਾਸ ਜੀ ਨੇ ਤਾਂ ਇਸ ਦਾ ਬਹੁਤ ਖੰਡਨ ਕੀਤਾ। ਉਹਨਾਂ ਨੇ ਤਾਂ ਅਕਬਰ ਬਾਦਸ਼ਾਹ ਨੂੰ ਕਹਿ ਕੇ ਇਸ ਕਾਨੂੰਨ ਨੂੰ ਰੱਦ ਕਰਵਾਇਆ ਸੀ ਕਿ ਇਹ ਬੜੀ ਅਣਮਨੁੱਖੀ ਗੱਲ ਹੈ। ਪਰ ਫਿਰ ਵੀ ਸਾਡੇ ਹਿੰਦੂ ਸਮਾਜ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਤੀ ਪ੍ਰਥਾ ਅੱਜ ਵੀ ਜਾਰੀ ਹੈ ਔਰ ਸਤੀਆਂ ਨੂੰ ਪੂਜਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਕਬੀਰ ਜੀ ਨੇ ਸਿਰਫ ਇੱਕ ਇਸ਼ਾਰਾ ਕੀਤਾ, ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿਧ ਪਾਈਏ, ਲੀਨੋ ਹਾਥ ਸੰਧੌਰਾ। ਇਹ ਸੰਧੌਰਾ ਸ਼ਬਦ ਜਿਹੜਾ ਇਹ ਕਿਉਂਕਿ ਆਮ ਤੌਰ 'ਤੇ ਗੁਰਬਾਣੀ ਵਿੱਚ ਨਹੀਂ ਆਇਆ, ਇਸ ਨੂੰ ਖੋਲ੍ਹਣਾ, ਸਮਝਣਾ, ਸਮਝਾਉਣਾ ਬੜਾ ਜ਼ਰੂਰੀ ਹੈ। ਕਿਉਂਕਿ ਜਿਹੜਾ ਹੱਥ ਹੈ ਉਹਦੇ ਥੱਥੇ ਨੂੰ ਸਿਆਰੀ ਹੈ। ਹੱਥ ਵਿੱਚ ਲੀਨੋ ਦਾ ਮਤਲਬ ਹੈ ਪਕੜ ਲਿਆ। ਕਹਿੰਦੇ ਨੇ ਕਿ ਜਿਸ ਇਸਤਰੀ ਨੇ ਆਪਣੇ ਪਤੀ ਦੀ ਚਿਖਾ ਉੱਤੇ ਜਿਉਂਦਿਆਂ ਸੜ ਮਰਨ ਦਾ ਫੈਸਲਾ ਕਰ ਲਿਆ ਹੋਵੇ, ਬ੍ਰਾਹਮਣ ਲੋਕ ਉਸ ਦਾ ਬੜਾ ਜਲੂਸ ਕੱਢਦੇ ਨੇ, ਬੜਾ ਉਸ ਨੂੰ ਵਡਿਆਉਂਦੇ ਨੇ, ਕਿਉਂਕਿ ਸੜਨਾ ਤੇ ਉਸ ਵਿਚਾਰੀ ਨੇ, ਬਾਹਮਣ ਨੇ ਤੇ ਸੜਨਾ ਨਹੀਂ। ਬਾਹਮਣ ਨੇ ਤੇ ਉਹਦੇ ਸੜਨ ਸਮੇਂ ਵੀ ਫਾਇਦਾ ਉਠਾਉਣਾ। ਉਹਨੇ ਚੰਗੀ ਤਰ੍ਹਾਂ ਹਾਰ ਸ਼ਿੰਗਾਰ ਕਰਕੇ ਗਹਿਣੇ ਆਦਿਕ ਪਾ ਕੇ ਆਉਣਾ ਤੇ ਚਿਖਾ ਤੇ ਚੜ੍ਹਨ ਤੋਂ ਪਹਿਲਾਂ ਜਿਸ ਬ੍ਰਾਹਮਣ ਨੇ ਉਹ ਕਿਰਿਆ ਕਰਾਉਣੀ ਹੈ ਉਹ ਗਹਿਣੇ ਗੁਣੇ ਸਾਰੇ ਤੇ ਬਾਹਮਣ ਨੇ ਸਾਂਭ ਲੈਣੇ। ਤੇ ਉਸ ਚਿਖਾ ਤੇ ਸੜਨ ਵਾਲੀ ਇਸਤਰੀ ਦੇ ਹੱਥ ਵਿੱਚ ਇੱਕ ਨਰੀਏਰ ਜਿਹਦੇ ਉੱਤੇ ਸੰਧੂਰ ਲਾਇਆ ਹੁੰਦਾ। ਸੰਧੌਰੇ ਦਾ ਮਤਲਬ ਹੈ ਜਿਹੜਾ ਸੰਧੂਰਿਆ ਹੋਇਆ ਨਾਰੀਅਲ। ਜਿਹੜੀ ਇਸਤਰੀ ਇੱਕ ਵਾਰੀ ਉਸ ਨੂੰ ਫੜ ਲਵੇ ਫਿਰ ਉਸ ਨੂੰ ਉਸ ਬ੍ਰਾਹਮਣੀ ਸਨਾਤਨੀ ਮਰਿਆਦਾ ਦੇ ਮੁਤਾਬਕ ਸੜਨਾ ਹੀ ਪਵੇ। ਜੇ ਹੁਣ ਸੜਨ ਤੋਂ ਉਹ ਕੋਈ ਟਲਣਾ ਚਾਹੇ ਉਹਨੂੰ ਜ਼ਬਰਦਸਤੀ ਚਿਖਾ ਉੱਤੇ ਸੁੱਟ ਦਿੰਦਾ। ਤੋ ਗੱਲ ਕੀ ਭਗਤ ਜੀ ਨੇ ਇਸ ਬਹਿਸ ਵਿੱਚ ਨਹੀਂ ਪਏ ਵੀ ਇਹ ਗਲਤ ਹੈ ਜਾਂ ਠੀਕ ਹੈ, ਇੱਕ ਸੰਕੇਤ ਦਿੱਤਾ, ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਏ। ਹੁਣ ਤਾਂ ਜਲ ਕੇ ਮਰ ਕੇ ਹੀ ਸਿੱਧੀ ਪ੍ਰਾਪਤ ਹੋਵੇ, ਕਿਉਂਕਿ ਲੀਨੋ ਹਾਥ ਸੰਧੌਰਾ, ਤੂੰ ਇਹ ਸੰਧੂਰਿਆ ਹੋਇਆ ਨਾਰੀਅਲ ਹੱਥ ਵਿੱਚ ਫੜ ਲੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। ਹੇ ਮਨ, ਇਹ ਜਿਹੜੀ ਭਰਮ ਦੀ ਭਟਕਣਾ ਇਹਨੂੰ ਛੱਡ, ਇੱਕ ਪਾਸੇ ਲੱਗ। ਕਿਉਂਕਿ ਜਿਹੜੇ ਬੰਦੇ ਦੁਬਿਧਾ ਵਿੱਚ ਪਏ ਰਹਿੰਦੇ ਨੇ ਉਹਨਾਂ ਦੇ ਦੋਵੇਂ ਪਾਸੇ ਗਵਾਚ ਜਾਂਦੇ। ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਹਮੇਸ਼ਾ ਇੱਕ ਪਾਸੇ ਲੱਗਣ ਵਾਲੇ ਹੀ ਪਾਰ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਤੇ ਤਾਂ ਹੀ ਕਿਹਾ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸ਼ੇਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨ ਕੀਜੈ,
मन रे छाडो भरम प्रगट होए नाचो। मैं देखता कि असी भरम का शिकार हो के लोगों तो डरते हुए अपने गुरु के दिते हुए ककार भी पहनण तो झिझकते हैं। गातरे किरपान पाउण का हुक्म है, छोटी जी किरपान पा लेने। डोरी वाली किरपान पाउण का रिवाज पै गया। कईयां ने तो कंघे विच लगी किरपान ही मंजूर कर ली, कई तो गल में छोटी जी किरपान पा नहीं पाई। ये तो गुरु का दिता होया शिंगार है, इनू अपनाउण तो मत डरो। मैनू एक घटना याद है, मेरे विच भी एक कमजोरी सी। मैं एक दफ़ा अपने इलाके दे विधान सभा के मैंबर सरदार तारा सिंह जी नूं किसी काम लई मिलण लई विधान सभा गया, क्योंकि वो विधान सभा के स्पीकर सन। किसी सज्जन का कोई काम सी, सरदार जी ने कहा कि तुसी उत्थे विधान सभा विच आ जाओ। साडा कोई काम तो नहीं सी, सानूं ते मिलना सी। जदों असीं अंदर जाण लगे ते उत्थे लगे हुए सन डिकटेटर, की कहते जिहड़े डिकटेक्ट करते हैं। उत्थे एक बंदा खड़ा सी, कहंदा जी ये क्या है। उन्हें जिस ढंग नाल पूछया, मैं अपनी श्री साहब फड़ के मैं कहा ये है। खैर उसने पता नहीं उहदे मन में की आया, मैनू लंघा दिता। अगे एक होर गेट विचों लंघना सी, उत्थे एक होर बीबी खड़ी सी जिहदे सिर दे वाल कटे हुए सन। चलो अपनी ड्यूटी ते सी, कहने लगी ये क्या है। मैं कहा ये है। कहती तुसी अंदर नहीं जा सकते। मैं कहा कोई बात नहीं, पर एक बात मुझे समझ नहीं आई कि जिसने उस गेट से मुझे अंदर भेजा, या उसमें कमी है या आप में कमी। मैं कोई विधान सभा की कार्रवाई विच मैनू दिलचस्पी नहीं है। जे मेरे गुरु का ककार नहीं जा सकता तो मैनू भी जाण का कोई शौक नहीं। खैर सरदार साहब का पीए सरदार नरैण सिंह, उन्हें लिया देख, उन्हें इशारा किया बाबा जी आओ आओ। वो हुण बीबी भी पिछे हट गई, मैं चला गया। मैं उस दिन तो फैसला कर लिया कि मैं हुण अपना एक ककार कमीज के थले नहीं लुकाउणा, इनू प्रगट करना। जदों मैं गुरु का अमृतधारी सिंह, मैनू लुकाउण की की लोड़ है। अज बहुत सारे सिख सिखणियां लुकोई फिरदे। सचमुच सानू एक पासे लगना पवे। कलगियां वाले पातशाह ने इसे लिए कहा, जब लग खालसा रह न्यारा, तब लग तेज देऊ मैं सारा। जब ए गहे विपरण की रीत, मैं न करूं इनकी प्रतीत। तो गल की भगत कबीर जी कहते ने, मन रे छाडो भरम प्रगट होए नाचो। खुल के आओ मैदान भी। जे गुरु वाले बने हो, जे गुरु दे राह ते तुरना तो खुल के आओ। इसे लिए क्या गुरु अमरदास जी ने, भगतां की चाल निराली, चाला निराली भगतां केरी, बिखम मार्ग चलना। लब लोभ अहंकार तज तृष्णा, बहुत नाही बोलना। खन्यों तिखी वालों निकी, एत मार्ग जाना। गुर प्रसादी जिनी आप तजया, हर वासना समाणी। कह नानक चाल भगता, जुगो जुग निराली।
ਅੱਜ ਮੈਂ ਆਨੰਦ ਸਾਹਿਬ ਪੜ੍ਹ ਰਿਹਾ ਸੀ, ਪੜ੍ਹਾ ਰਿਹਾ ਸੀ, ਉਹਦੇ ਵਿੱਚ ਵੀ ਗੁਰੂ ਅਮਰਦਾਸ ਜੀ ਨੇ ਸਪਸ਼ਟ ਕੀਤਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਗੱਲ ਕੀ ਭਗਤ ਜੀ ਕਹਿੰਦੇ ਨੇ, ਜੇ ਪਰਮਾਤਮਾ ਦੇ ਪਿਆਰ ਵਾਲੇ ਮਸਤੇ ਤੇ ਚੱਲਣਾ ਤਾਂ ਫਿਰ ਭਰਮ ਛੱਡੋ। ਫਿਰ ਘੁੰਗਟ ਕੱਢ ਗਈ, ਘੁੰਗਟ ਲਾ ਦਿਓ। ਉਹ ਜਿਵੇਂ ਆਮ ਮੁਹਾਵਰਾ ਹੈ, ਜਬ ਨਾਚੀ ਤਬ ਘੁੰਗਟ ਕੈਸਾ, ਖੁੱਲ ਕੇ ਨੱਚੋ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਆ ਮਾਇਆ ਕੇ ਡਾਂਡੇ। ਇਹ ਜਿਹੜੇ ਮਾਇਆ ਦੇ ਡੰਡ ਕਰਕੇ, ਵਿਕਾਰਾਂ ਦੇ ਡੰਡ ਕਰਕੇ, ਲੋਕੀ ਕੀ ਕਹਿਣਗੇ, ਲੋਕਾਂ ਤੋਂ ਡਰਦੇ, ਲੋਕ ਲਾਜ ਤੋਂ ਡਰਦੇ, ਇਹ ਸਭ ਮਾਇਆ ਦੇ ਡੰਡੇ ਹੋਏ ਨੇ। ਭਾਵ ਇਹਨਾਂ ਨੂੰ ਮਾਇਆ ਨੇ ਠੱਗ ਲਿਆ, ਇਹਨਾਂ ਨੂੰ ਮਾਇਆ ਨੇ ਆਪਣੇ ਪ੍ਰਭਾਵ ਵਿੱਚ ਪਾ ਲਿਆ। ਫਿਰ ਹੋਰ ਮਿਸਾਲ ਦਿੰਦੇ ਨੇ, ਸੂਰ ਕੇ ਸਨਮੁਖ ਰਨ ਤੇ ਡਰ ਪੈ। ਉਹ ਸੂਰਮਾ ਕਾਹਦਾ ਹੈ? ਜਿਹੜਾ ਸਨਮੁਖ ਰਨ ਤੇ ਡਰ ਪੈ, ਸਾਹਮਣੇ ਜੰਗ ਹੋਵੇ ਤੇ ਉਹ ਡਰੇ, ਉਹ ਸੂਰਮਾ ਨਹੀਂ ਹੋ ਸਕਦਾ। ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਸੂਰ ਕੇ, ਇਹ ਕੀ ਬੋਲਣਾ, ਕਿਨ ਕਿਸ ਹਰੀਕੇ, ਉਹ ਕਾਹਦਾ ਸੂਰਮਾ? ਸਨਮੁਖ ਰਨ ਤੇ ਡਰ ਪੈ, ਜਿਹੜਾ ਸਾਹਮਣੇ ਜੰਗ ਹੋ ਰਿਹਾ ਹੋਵੇ ਤੇ ਉਹ ਡਰੇ। ਸਤੀ ਕੇ ਸੰਚੈ ਭਾਂਡੇ, ਉਹ ਸਤੀ ਕੀ ਹੋ ਸਕਦੀ, ਜਿਹੜੀ ਆਖੇ ਕਿ ਮੈਂ ਘਰ ਦੇ ਭਾਂਡੇ ਸੰਭਾਲ ਕੇ ਆਉਣੀ ਆ, ਜਾਂ ਘਰ ਦੀਆਂ ਚੀਜ਼ਾਂ ਸੰਭਾਲਣ ਵਿੱਚ ਲੱਗੀ ਹੋਵੇ, ਉਹ ਸਤੀ ਨਹੀਂ ਹੋ ਸਕਦੀ। ਜਿਸ ਨੇ ਸਮਾਰਗ ਤੇ ਚੱਲਣਾ ਹੈ, ਉਹਨੂੰ ਇਹ ਘੁੰਡ ਲਾਉਣਾ ਪਵੇਗਾ, ਇਹ ਦੋ ਚਿਤਾਪਨ ਤਿਆਗਣਾ ਪਵੇਗਾ। ਭਗਤ ਜੀ ਕਹਿੰਦੇ ਨੇ, ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ, ਇਹ ਆ ਮਾਇਆ ਕੇ ਡਾਂਡੇ। ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੈ ਪਾਂਡੇ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਏ, ਲੀਨੋ ਹਾਥ ਸੰਧੋਰਾ ਰਹਾਓ। ਅਖੀਰ ਵਿੱਚ ਭਗਤ ਜੀ ਕਹਿੰਦੇ ਨੇ, ਕਾਮ ਕ੍ਰੋਧ ਮਾਇਆ ਕੇ ਲੀਨੇ, ਇਆ ਬਿਦ ਜਗਤ ਬਿਘੂਤਾ। ਜਗਤ ਦੇ ਤੱਤੇ ਨੂੰ ਔਂਕੜਾ, ਇਆ ਬਿਦ ਇਸ ਤਰੀਕੇ ਨਾਲ, ਇਹ ਸਾਰਾ ਜਗਤ ਜਿਹੜਾ ਇਹ ਬਗੀਰਤਾ, ਲੁੱਟਿਆ ਹੋਇਆ, ਖੁੰਝਿਆ ਹੋਇਆ, ਖੱਜਲ ਹੋ ਰਿਹਾ, ਕਿਉਂਕਿ ਇਹਨਾਂ ਦੇ ਮਨ ਉੱਤੇ ਕਾਮ ਕ੍ਰੋਧ ਮਾਇਆ ਕੇ ਲੀਨੇ, ਕਿਸੇ ਨੂੰ ਕਾਮ ਨੇ ਦਬਾ ਲਿਆ, ਕਿਸੇ ਨੂੰ ਕ੍ਰੋਧ ਨੇ ਦਬਾ ਲਿਆ, ਤੇ ਮਾਇਆ ਦੇ ਤੇ ਕਈ ਰੰਗ ਨੇ। ਭਗਤ ਕਬੀਰ ਜੀ ਆਪ ਕਹਿੰਦੇ ਨੇ, ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ, ਉਨ ਕੀਨੋ ਆਦੇਸ਼। ਕਹਿੰਦੇ ਮਾਇਆ ਮੇਰੇ ਤੇ ਵੀ ਬੜੇ ਹਮਲੇ ਕੀਤੇ ਨੇ, ਕਈ ਭੇਸ ਬਣਾ ਕੇ ਆਉਂਦੀ ਹੈ, ਕਦੇ ਧੀਆਂ ਪੁੱਤਰਾਂ ਦੇ ਰੂਪ ਵਿੱਚ, ਕਦੇ ਇਸਤਰੀ ਦੇ ਰੂਪ ਵਿੱਚ, ਕਦੇ ਹੋਰ ਦੁਨਿਆਵੀ ਮਾਣ ਵਡਿਆਈ ਦੇ ਰੂਪ ਵਿੱਚ। ਪਰ ਧੰਨ ਹਨ ਗੁਰੂ ਕੇ ਸਿੰਘ, ਜਿਨ੍ਹਾਂ ਦੀਆਂ ਸ਼ਹੀਦੀਆਂ ਪੜ੍ਹ ਕੇ, ਧੰਨ ਹਨ ਗੁਰੂ ਕੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ,
ਇਹੋ ਜਿਹੇ ਸੂਰਮੇ ਜਿਨ੍ਹਾਂ ਨੇ ਰੰਚਕ ਮਾਤਰ ਪਰਵਾਹ ਨਹੀਂ ਕੀਤੀ। ਦੁਸ਼ਟਾਂ ਨੇ ਬੜਾ ਕਿਹਾ, ਤੁਹਾਨੂੰ ਬੇਗਮਾਂ ਦੇ ਡੋਲੇ ਦਿਆਂਗੇ, ਤੁਹਾਨੂੰ ਮਹਿਲ ਮਾੜੀਆਂ ਦਿਆਂਗੇ, ਤੁਹਾਨੂੰ ਐਸ਼ੋ ਇਸ਼ਰਤ ਕਰਾਵਾਂਗੇ। ਆਖਿਆ ਕਿ ਫਿਰ ਮਰਨਾ ਨਹੀਂ? ਜੇ ਮਰਨਾ ਤੇ ਫਿਰ ਮਰਨ ਤੋਂ ਡਰਨਾ ਕਾਹਦਾ? ਫਿਰ ਗੁਰੂ ਤੋਂ ਬੇਮੁਖ ਹੋ ਕੇ ਧਰਮ ਤਿਆਗ ਕੇ ਕਾਹਦਾ ਮਰਨ? ਸਾਰਾ ਸਿੱਖ ਇਤਿਹਾਸ ਭਰਿਆ ਪਿਆ, ਪੜ੍ਹ ਕੇ ਦੇਖੋ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਚਰਖੀਆਂ ਤੇ ਚੜੇ, ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਚਰਾਏ ਗਏ, ਜਿਉਂਦੇ ਅੱਗਾਂ ਵਿੱਚ ਸਾੜੇ ਗਏ, ਧਰਮ ਹੇਤ ਕੁਰਬਾਨੀਆਂ ਦਿੱਤੀਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ। ਇਹ ਜਿਹੜੇ ਲੋਕ ਕਾਮ ਕ੍ਰੋਧ ਮਾਇਆ ਦੇ ਲੀਨੇ ਬੰਨੇ ਹੋਏ ਨੇ, ਮਾਇਆ ਦੇ ਜਿੱਤੇ ਹੋਏ ਨੇ, ਮਾਇਆ ਵਿੱਚ ਫਸੇ ਹੋਏ ਨੇ, ਉਹ ਇਸ ਰਸਤੇ ਨਹੀਂ ਤੁਰ ਸਕਦੇ। ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਦ ਜਗਤ ਬਿਗੂਤਾ। ਇਹ ਸਾਰਾ ਜਗਤ ਜਿਹੜਾ ਹੈ ਇਹ ਬਿਗੂਤਾ, ਲੁੱਟਿਆ ਹੋਇਆ, ਖੁੰਝਿਆ ਹੋਇਆ, ਆਪਣੇ ਰਾਹ ਤੋਂ ਭਟਕਿਆ ਹੋਇਆ, ਖੁਆਰ ਹੋ ਰਿਹਾ। ਇਸ ਲਈ ਕਹਿ ਕਬੀਰ ਰਾਜਾ ਰਾਮ ਨ ਛੋਡੋ, ਸਗਲ ਊਚ ਤੇ ਊਚਾ। ਕਬੀਰ ਜੀ ਕਹਿੰਦੇ ਨੇ, ਮੈਂ ਉਸ ਰਾਜਾ ਰਾਮ ਜਿਸ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ, ਜਿਹੜਾ ਜ਼ਰੇ ਜ਼ਰੇ ਕਣ ਕਣ ਵਿੱਚ ਸਮਾਇਆ ਹੋਇਆ, ਮੈਂ ਉਹਦਾ ਲੜ ਨਹੀਂ ਛੱਡਾਂਗਾ। ਕਿਉਂਕਿ ਉਹ ਸਗਲ ਊਚ ਤੇ ਊਚਾ, ਸਭ ਉੱਚਿਆਂ ਤੋਂ ਉੱਚਾ। ਇਸੇ ਲਈ ਗੁਰਬਾਣੀ ਗੁਰੂ ਜੀ ਸਾਨੂੰ ਰੋਜ਼ ਸਮਝਾਉਂਦੇ, ਤੁਧ ਬਿਨ ਦੂਜਾ ਕੋਈ ਨਾ ਹੈ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਇਸ ਲਈ ਤੇਰਾ ਦਰ ਛੱਡ ਕੇ ਹੋਰ ਕਿਸੇ ਦਰ ਤੇ ਨਹੀਂ ਜਾਊਂਗਾ। ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ। ਜੇ ਤੂੰ ਏਵੇਂ ਰਖਸੀ, ਜਿਉਂ ਸਰੀਰੋਂ ਲੈ। ਗੱਲ ਕੀ ਭਗਤ ਜੀ ਨੇ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਪ੍ਰੇਰਨਾ ਕੀਤੀ ਹੈ। ਭਾਈ ਆਪਣੇ ਆਪਣੇ ਮਨ ਨੂੰ ਸਮਝਾਓ, ਮੈਂ ਵੀ ਸਮਝਾਉਂਦਾ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ। ਇਹ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਨ ਤੇ ਡਰ ਪੈ। ਸਤੀ ਕੇ ਸੰਚੈ ਭਾਂਡੇ, ਡਗਮਗ ਛਾੜ ਰੇ ਮਨ ਬੌਰਾ। ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ। ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ, ਇਹ ਬਿਦ ਜਗਤ ਬਿਗੂਤਾ। ਕਹਿ ਕਬੀਰ ਰਾਜਾ ਰਾਮ ਨ ਛੋਡੋ, ਸਗਲ ਊਚ ਤੇ ਊਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।